Hello friends, welcome to our past coaching channel. We will topic discuss on staffing, meaning of staffing and concept of staffing. The proper use of financial and physical resource of an organization will depend upon the ability of human resources there ਵੀ ਜਿਹੜੇ ਆਪਣੇ ਕੋਲ ਪ੍ਰੋਪਰ ਯੂਜ਼ ਆਫ ਫਾਈਨੈਂਸ਼ੀਅਲ ਤੇ ਫਿਜ਼ੀਕਲ ਰਿਸੋਰਸਿਸ ਹੁੰਦੇ ਆ ਆਪਣੇ ਕੀ ਕਰਨੇ ਹੁੰਦੇ ਜਿਹੜੀ ਆਰਗੇਨਾਈਜੇਸ਼ਨ ਤੇ ਉਹ ਕਿਤੇ ਡਿਪੈਂਡ ਕਰਦਾ ਆਪਣੀ ਹਿਊਮਨ ਰਿਸੋਰਸਿਸ ਦੇ ਅਬਿਲਿਟੀ ਤੇ ਡਿਪੈਂਡ ਕਰਦਾ ਹੈ ਵੀ ਜਿਹੜੀ ਆਪਣੇ ਕੋਲ ਆਰਗੇਨਾਈਜੇਸ਼ਨ ਅੰਦਰ ਇੱਕ ਫਾਈਨੈਂਸ਼ੀਅਲਸ ਜੋ ਆਪਣੇ ਕੋਲ ਕੀ ਇਨ ਮਨੀ ਦੇ ਰੂਪ ਵਿੱਚ ਪੈਸੇ ਦੇ ਵਿੱਚ ਹੁੰਦੇ ਇੱਕ ਫਿਜ਼ੀਕਲ ਰਿਸੋਰਸ ਜਿਹੜੇ ਰॉ ਮਟੀਰੀਅਲ ਵਗੈਰਾ ਹੁੰਦੇ ਜਿਨ੍ਹਾਂ ਨੂੰ ਆਪਾਂ ਟੱਚ ਵਗੈਰਾ ਕਰ ਸਕਦੇ ਹਾਂ ਜਿਹੜੇ ਆਰਗੇਨਾਈਜੇਸ਼ਨ ਦੇ ਪ੍ਰੋਪਰ ਆਪਣੇ ਸਹੀ ਤਰੀਕੇ ਨਾਲ ਕੀ ਕਰਨੇ ਹੁੰਦੇ ਯੂਜ਼ ਕਰਨੇ ਹੁੰਦੇ ਆ ਇਹਨਾਂ ਦੀ ਵਰਤੋਂ ਕੌਣ ਕਰੂ ਫਾਈਨੈਂਸ਼ੀਅਲ ਤੇ ਫਿਜ਼ੀਕਲ ਰਿਸੋਰਸਿਸ ਦੀ ਇਹ ਆਪਣੀ ਆਰਗੇਨਾਈਜੇਸ਼ਨ ਤੇ ਕਿਤੇ ਕਰਦਾ ਡਿਪੈਂਡ ਕਰਦਾ ਆਰਗੇਨਾਈਜੇਸ਼ਨ ਕੌਣ ਹੈ ਹਿਊਮਨ ਰਿਸੋਰਸ ਜਿਹੜੇ ਆਪਾਂ ਜਿਹਨੂੰ ਕੀ ਕਹਿੰਦੇ ਆਪਣੇ ਹਿਊਮਨ ਪੀਪਲ ਜਿਹੜੇ ਉੱਥੇ ਕੀ ਕਰ ਰਹੇ ਹੁੰਦੇ ਵਰਕ ਕਰ ਰਹੇ ਆ ਉਹਨਾਂ ਦੀ ਅਬਿਲਿਟੀ ਤੇ ਕੀ ਕਰਦਾ ਹੈ ਡਿਪੈਂਡ ਕਰਦਾ ਹੈ ਉਹਨਾਂ ਨੇ ਫਾਈਨੈਂਸ਼ੀਅਲ ਤੇ ਫਿਜ਼ੀਕਲ ਰਿਸੋਰਸਾਂ ਸਹੀ ਤਰੀਕੇ ਨਾਲ ਕੀ ਕਰਨੀ ਹੁੰਦੀ ਪ੍ਰੋਪਰ ਯੂਜ਼ ਕਰਨੀ ਹੁੰਦੀ ਹੈ ਐਵਰੀ ਆਰਗੇਨਾਈਜੇਸ਼ਨ ਨੀਡਸ ਟੂ ਇੰਪਲਾਈ ਸੂਟੇਬਲ ਕਹਿੰਦੇ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਇੱਕ ਵਧੀਆ ਸੂਟੇਬਲ ਇੰਪਲਾਈਜ਼ ਦੀ ਐਫੀਸ਼ੀਐਂਟ ਪਰਸਨ ਦੀ ਇਨ ਆਰਗੇਨਾਈਜੇਸ਼ਨ ਦੇ ਵਿੱਚ ਸੰਗਠਨ ਦੇ ਵਿੱਚ ਸੋ ਡੈਟ ਦੇ ਆਰ ਏਬਲ ਟੂ ਟੇਕ ਇਟ ਹੈਡ ਤਾਂ ਜੋ ਆਰਗੇਨਾਈਜੇਸ਼ਨ ਨੂੰ ਅੱਗੇ ਲਿਜਾਇਆ ਜਾ ਸਕੇ ਤਾਂ ਕਹਿੰਦਾ ਵੀ ਆਪਾਂ ਨੂੰ ਹਰ ਇੱਕ ਸੰਸਥਾ ਦੇ ਵਿੱਚ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਜ਼ਰੂਰਤ ਹੁੰਦੀ ਇੱਕ ਵਧੀਆ ਸੂਟੇਬਲ ਇੰਪਲਾਈਜ਼ ਦੀ ਅਤੇ ਐਫੀਸ਼ੀਐਂਟ ਪਰਸਨ ਦੀ ਜਿਹੜਾ ਆਰਗੇਨਾਈਜੇਸ਼ਨ ਕੇ ਵਧੀਆ ਤਰੀਕੇ ਨਾਲ ਕੀ ਕਰ ਸਕੇ ਕੰਮ ਕਰ ਸਕੇ ਤੇ ਸੰਸਥਾ ਨੂੰ ਕੀ ਹੈ ਅੱਗੇ ਲੈ ਕੇ ਜਾ ਸਕੇ ਸੋ ਕਹਿੰਦੇ ਸੋ ਇਟ ਇਜ਼ important that only those person should be employed who are suitable for different jobs ਤੇ ਕਹਿੰਦੇ ਇਸ ਕਰਕੇ ਇੱਥੇ ਉਹ ਮਹੱਤਵਪੂਰਨ ਬਣ ਜਾਂਦਾ ਹੈ ਉਹਨਾਂ ਵਿਅਕਤੀਆਂ ਲਈ ਮਹੱਤਵਪੂਰਨ ਉਹੀ ਪਰਸਨ ਇੰਪੋਰਟੈਂਟ ਮੰਨੇ ਜਾਂਦੇ ਆ ਜਿਹੜੇ ਵਧੀਆ ਕਿ ਸੂਟੇਬਲ ਹੁੰਦੇ ਆ ਤੇ ਅਲੱਗ-ਅਲੱਗ ਕੀ ਹੈ ਜੋਬ ਦੇ ਲਈ ਸੋ ਇਟ ਇਜ਼ ਇੰਪੋਰਟੈਂਟ ਦੈਟ ਓਨਲੀ ਦੋਜ਼ ਪਰਸਨ ਸ਼ੁੱਡ ਬੀ ਇੰਪਲਾਇਡ ਹੂ ਆਰ ਸੂਟੇਬਲ ਫॉर ਡਿਫਰੈਂਟ ਜੋਬ ਵੀ ਸਿਰਫ ਉਹੀ ਵਿਅਕਤੀ ਜੋ ਡਿਫਰੈਂਟ ਜੋਬ ਦੇ ਲਈ ਕੀ ਹੁੰਦੇ ਆ ਸੂਟੇਬਲ ਹੁੰਦੇ ਆ ਦ ਵਰਕ ਆਫ ਫਿਲਿੰਗ ਵੈਰੀਸ ਪੋਸਟ ਕਹਿੰਦਾ ਜਿਹੜੀ ਆਪਣੇ ਕੋਲ ਕੰਮ ਕੀ ਹੁੰਦਾ ਜਿਹੜੀ ਆਪਣੇ ਕੋਲ ਆਰਗੇਨਾਈਜੇਸ਼ਨ ਦੇ ਅੰਦਰ ਪੋਸਟ ਵਗੈਰਾ ਕੀ ਹੈ ਫਿਲ ਕਰਨੀਆਂ ਹੁੰਦੀਆਂ ਵੈਕੈਂਸੀ ਕੇ ਵੈਕੈਂਟ ਪਈਆਂ ਹੁੰਦੀਆਂ ਉਹਨਾਂ ਨੂੰ ਕੀ ਕਰਨਾ ਹੁੰਦਾ ਆਪਾਂ ਨੇ ਫਿਲਿੰਗ ਕਰਨਾ ਹੁੰਦਾ ਮਤਲਬ ਭਰਨੀਆਂ ਹੁੰਦੀਆਂ ਤਾਂ ਰਿਟੇਨਿੰਗ ਦ ਇੰਪਲਾਈਜ਼ ਇਜ਼ ਅੰਡਰਟੇਕਨ ਅੰਡਰ ਸਟਾਫਿੰਗ ਤਾਂ ਕਿ ਇਸ ਕਰਕੇ ਉਹਦੇ ਵਿੱਚ ਇੰਪਲਾਈਜ਼ ਨੂੰ ਕੀ ਸਟਾਫਿੰਗ ਦੇ ਅੰਡਰਗਤ ਕੀ ਰੱਖਿਆ ਜਾਂਦਾ ਆਪਣੇ ਕੋਲ ਜਿਹੜੀਆਂ ਪੋਸਟਾਂ ਕੀ ਹੁੰਦੀਆਂ ਆਪਣੇ ਕੋਲ ਖਾਲੀ ਹੁੰਦੀਆਂ ਉਹ ਖਾਲੀ ਪੋਸਟ ਨੂੰ ਕੀ ਕਰਿਆ ਜਾਂਦਾ ਫਿਲ ਕੀਤਾ ਜਾਂਦਾ ਕਿਸ ਦੇ ਥਰੂ ਇੰਪਲਾਈਜ਼ ਦੇ ਥਰੂ ਸਟਾਫਿੰਗ ਦੇ ਅੰਡਰ ਸਟਾਫਿੰਗ ਬੇਸਿਕਲੀ ਇਨਵੋਲਵ ਮੈਚਿੰਗ ਜੋਬ ਐਂਡ ਇੰਡੀਵਿਜੂਅਲੀ ਜੇ ਸਟਾਫਿੰਗ ਹੈ ਉਹ ਬੇਸਿਕਲੀ ਕੀ ਇਨਵੋਲਵ ਕਰਦੀ ਹੈ ਮੈਚਿੰਗ ਕਰਦੀ ਹੈ ਵੀ ਜੋਬ ਦੀ ਕੀ ਕਰਦੀ ਹੈ ਆਪਣੇ ਕੋਲ ਮੈਚਿੰਗ ਕਰਦੀ ਹੈ ਤੇ ਇੰਡੀਵਿਜੂਅਲੀ ਦੇ ਤੌਰ ਤੇ ਆਪਣੇ ਕੋਲ ਸਟਾਫਿੰਗ ਇਜ਼ ਕੰਸਰਨਡ ਵਿਦ ਦ ਫਿਲਿੰਗ ਐਂਡ ਕੀਪਿੰਗ ਫੀਲਡ ਪੋਜੀਸ਼ਨ ਇਨ ਦਾ ਆਰਗੇਨਾਈਜੇਸ਼ਨ ਵੀ ਸਟਾਫਿੰਗ ਦਾ ਮੇਨ ਲਿੰਕ ਕਿਹਦੇ ਨਾਲ ਹੁੰਦਾ ਹੈ ਵੀ ਜਿਹੜੀ ਆਰਗੇਨਾਈਜੇਸ਼ਨ 'ਚ ਪੋਜੀਸ਼ਨਾਂ ਖਾਲੀ ਪਈਆਂ ਹੁੰਦੀਆਂ ਉਹਨਾਂ ਨੂੰ ਫਿਲ ਕਰਨਾ ਵੀ ਤਾਂ ਜੋ ਆਪਾਂ ਜਿਹੜੀ ਵੈਕੈਂਸੀਜ਼ ਖਾਲੀ ਪਈਆਂ ਨੂੰ ਵੈਕੈਂਟ ਪਈਆਂ ਜੋ ਵੈਕੈਂਸੀ ਉਹਨਾਂ ਨੂੰ ਕੀ ਕੀਤਾ ਫਿਲ ਕੀਤਾ ਜਾ ਸਕੇ ਸਟਾਫਿੰਗ ਇਨਵੋਲਵ ਫਾਈਂਡਿੰਗ ਦਾ ਰਾਈਟ ਪਰਸਨ ਸਟਾਫਿੰਗ ਕੀ ਇਨਵੋਲਵ ਕਰਦਾ ਵੀ ਰਾਈਟ ਪਰਸਨ ਦੀ ਕੀ ਕੀਤੀ ਜਾਂਦੀ ਫਾਈਂਡ ਆਊਟ ਕੀਤਾ ਜਾਂਦਾ ਫॉर ਰਾਈਟ ਜੋਬ ਲਈ ਵੀ ਸਹੀ ਜੋਬ ਦੇ ਲਈ ਸਹੀ ਸਥਾਨ ਦੇ ਸਹੀ ਵਿਅਕਤੀ ਦੀ ਕੀ ਕੀਤੀ ਜਾਂਦੀ ਫਾਈਂਡ ਕੀਤੀ ਜਾਂਦੀ ਪੁਆਇੰਟ ਕੀਤਾ ਜਾਂਦਾ ਹੈਵ ਰਾਈਟ ਕੁਆਲੀਫਿਕੇਸ਼ਨ ਵਧੀਆ ਕੀ ਹੋਣੀ ਚਾਹੀਦੀ ਉਹਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਉਸ ਜੋਬ ਦੇ ਲਈ ਕੀ ਮੈਚਿੰਗ ਕੀਤੀ ਹੋਣੀ ਚਾਹੀਦੀ ਉੱਥੇ ਲਿਖਿਆ ਸੀ ਨਾ ਵੀ ਸਟਾਫਿੰਗ ਬੇਸਿਕਲੀ ਇਨਵੋਲਵ ਕੀਤਾ ਮੈਚਿੰਗ ਜੋਬ ਐਂਡ ਇੰਡੀਵਿਜੂਅਲੀ ਇਟ ਇਨਵੋਲਵ ਸਪੈਸ਼ਲਾਈਜ਼ਡ ਨੌਲੇਜ ਐਂਡ ਅਪਰੋਚ ਅਲਾਉ ਮੋਰ ਫਿਲਸ ਔਨ ਹਿਊਮਨ ਰਿਸੋਰਸਿਸ ਇਹਦੇ ਵਿੱਚ ਇੱਕ ਸਪੈਸ਼ਲ ਨੌਲੇਜ ਨੂੰ ਐਕਵਾਇਰ ਕੀਤਾ ਜਾਂਦਾ ਅਪਰੋਚ ਕੀਤੇ ਜਾਂਦੇ ਹੈ ਵੀ ਜ਼ਿਆਦਾ ਜ਼ੋਰ ਕੀਤੀ ਤੇ ਹਿਊਮਨ ਰਿਸੋਰਸ 'ਤੇ ਜ਼ੋਰ ਦਿੱਤਾ ਜਾਂਦਾ ਹੈ ਉਹਦੀ ਵਧੀਆ ਤਰੀਕੇ ਨਾਲ ਰਿਕਰੂਟਮੈਂਟ ਹੋਣੀ ਚਾਹੀਦੀ ਹੈ ਵਧੀਆ ਸਿਲੈਕਸ਼ਨ ਹੋਣੀ ਚਾਹੀਦੀ ਹੈ ਵਧੀਆ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਵਧੀਆ ਕੀ ਹੋਣੀ ਚਾਹੀਦੀ ਹੈ ਅਪਰਾਈਜ਼ ਹੁੰਦੇ ਕਿਸ ਚੀਜ਼ ਦਾ ਕੀ ਕਰਨਾ ਆਪਾਂ ਨੇ ਵਿਸ਼ਲੇਸ਼ਣ ਕਰਨਾ ਜਾਂ ਐਨਾਲਾਈਜ਼ ਵੀ ਕਹਿ ਸਕਦੇ ਹਾਂ ਆਪਾਂ ਜਾਂ ਨੈਕਸਟ ਆਪਣੇ ਕੋਲ ਕੀ ਕਹਿੰਦਾ ਕੁੰਜਾ ਡੋਨਲਸ ਡੈਫੀਨੇਸ਼ਨ ਕੀ ਕਹਿੰਦੇ ਆਪਣੇ ਕੋਲ ਰਾਈਟਰ ਦੀ ਕੁੰਜਨ ਡੋਨਲ ਕੀ ਕਹਿੰਦਾ ਮਜੀਰੀਅਲ ਫੰਕਸ਼ਨ ਸਟਾਫਿੰਗ ਜੇ ਸਟਾਫਿੰਗ ਜਿਹੜਾ ਮਜੀਰੀਅਲ ਫੰਕਸ਼ਨ ਜਿਹਨੂੰ ਮੈਨੇਜਮੈਂਟ ਫੰਕਸ਼ਨ ਕਹਿੰਦਾ ਉਹ ਕੀ ਇਨਵੋਲਵ ਕਰਦਾ ਹੈ ਮੀਨਿੰਗ ਦਾ ਆਰਗੇਨਾਈਜੇਸ਼ਨ ਸਟਰਕਚਰ ਥਰੂ ਪ੍ਰੋਪਰ ਐਂਡ ਇਫੈਕਟਿਵ ਸਿਲੈਕਸ਼ਨਸ ਵੀ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਨੂੰ ਕਿ ਵਧੀਆ ਤਰੀਕੇ ਨਾਲ ਅਤੇ ਇਫੈਕਟਿਵ ਤਰੀਕੇ ਨਾਲ ਕੀ ਕਰਨੀ ਹੈ ਉਹਦੇ 'ਚ ਇੰਪਲਾਈਜ਼ ਕੀ ਕਰਨੀ ਸਿਲੈਕਸ਼ਨ ਕਰਨੀ ਹੈ ਅਪਰਾਈਜ਼ਲ ਕਰਨੀ ਉਹਨੂੰ ਡਿਵੈਲਪਮੈਂਟ ਕਰਨੀ ਹੈ ਪਰਸੋਨਲ ਦੀ ਟੂ ਫਿਲ ਦਾ ਰੋਲ ਡਿਜ਼ਾਈਨ ਇਨ ਟੂ ਸਟਰਕਚਰ ਤਾਂ ਜੋ ਆਪਾਂ ਇੱਕ ਵਧੀਆ ਕੀ ਹੈ ਡਿਜ਼ਾਈਨ ਰੋਲ ਕੀ ਕਰ ਸਟਰਕਚਰ ਨੂੰ ਕੀ ਕਰ ਸਕੀਏ ਇਹ ਤੈਅ ਕਰ ਸਕੀਏ ਮਤਲਬ ਇੱਕ ਡਿਜ਼ਾਈਨ ਤਿਆਰ ਕਰ ਸਕੀਏ ਇਹ ਸਾਰਾ ਕਿਹਦਾ ਕੰਮ ਹੁੰਦਾ ਆਪਣੇ ਕੋਲ ਸਟਾਫਿੰਗ ਦਾ ਹੀ ਕੰਮ ਹੁੰਦਾ ਸਟਾਫਿੰਗ ਦੇ ਅੰਡਰ ਹੀ ਆ ਜਾਂਦਾ ਹੈ ਆਪਣੇ ਕੀ ਕਰਨਾ ਹੁੰਦਾ ਵਧੀਆ ਤਰ੍ਹਾਂ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਤਿਆਰ ਕਰਨਾ ਕਿਹਦੇ ਥਰੂ ਇੱਕ ਵਧੀਆ ਇਫੈਕਟਿਵ ਦੇ ਥਰੂ ਸਿਲੈਕਸ਼ਨ ਦੇ ਥਰੂ ਅਪਰਾਈਜ਼ਲ ਦੇ ਥਰੂ ਅਤੇ ਡਿਵੈਲਪਮੈਂਟ ਦੇ ਥਰੂ ਪਰਸੋਨਲਸ ਜਿਹ 'ਚ ਇੰਪਲਾਈਜ਼ ਵਗੈਰਾ ਕੀ ਕਰਦੇ ਆ ਕੰਮ ਕਰਦੇ ਆ ਉਹਨਾਂ ਨੂੰ ਵਧੀਆ ਰੋਲ ਉਹਨਾਂ ਦੇ ਉੱਥੇ ਵਧੀਆ ਜੋਬ ਨੂੰ ਕਿ ਰਾਈਟ ਜੋਬ ਤੇ ਰਾਈਟ ਪਰਸਨ ਹੀ ਪੁਆਇੰਟ ਕਰਕੇ ਵਧੀਆ ਨੂੰ ਰੋਲ ਦੇ ਕੇ ਇੱਕ ਵਧੀਆ ਸਟਰਕਚਰ ਕੀ ਕਰਾਂਗੇ ਆਪਾਂ ਡਿਜ਼ਾਈਨ ਕਰਾਂਗੇ ਸਟਰਕਚਰ ਕੀ ਕਰਾਂਗੇ ਵਧੀਆ ਇੱਕ ਡਿਜ਼ਾਈਨ ਕਰਾਂਗੇ ਕੁੰਜੋਂਡੋ ਨੂੰ ਲੈ ਕੇ ਆਂਦਾ ਸੀ ਨੈਕਸਟ ਰਾਈਟਰ ਕਹਿੰਦੇ ਫ੍ਰੈਂਚ ਐਂਡ ਵੈਂਡਲ ਜਾਂ ਸਟਾਫਿੰਗ ਜਾਂ ਹਿਊਮਨ ਰਿਸੋਰਸ ਮੈਨੇਜਮੈਂਟ ਇਜ਼ ਦਾ ਰਿਕਰੂਟਮੈਂਟ ਵੀ ਜੇ ਸਟਾਫਿੰਗ ਹੈ
ਤੇ ਹਿਊਮਨ ਰਿਸੋਰਸ ਮੈਨੇਜਮੈਂਟ ਹੈ ਇੱਕ ਤਰ੍ਹਾਂ ਦੀ ਕੀ ਹੁੰਦੀ ਹੈ, ਰਿਕਰੂਟਮੈਂਟ ਹੁੰਦੀ ਹੈ, ਸਿਲੈਕਸ਼ਨ ਐਂਡ ਡਿਵੈਲਪਮੈਂਟ, ਯੂਟੀਲਾਈਜੇਸ਼ਨ, ਕੰਪਨਸੇਸ਼ਨ ਐਂਡ ਮੋਟੀਵੇਸ਼ਨ ਹਿਊਮਨ ਰਿਸੋਰਸ ਆਫ ਦਾ ਆਰਗੇਨਾਈਜੇਸ਼ਨ। ਇਹਦੇ ਵਿੱਚ ਕੀ ਆਪਣੀ ਮੈਨੇਜਮੈਂਟ 'ਚ ਉਹਨੇ ਰਿਕਰੂਟਮੈਂਟ ਕਰਨੀ ਹੈ, ਸਿਲੈਕਸ਼ਨ ਕਰਨੀ ਹੈ, ਡਿਵੈਲਪਮੈਂਟ ਕਰਨੀ ਹੈ, ਉਹਨਾਂ ਨੂੰ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰਨਾ ਹੈ, ਕੰਪਨਸੇਸ਼ਨ ਦੇਣੀ, ਉਹਨਾਂ ਨੂੰ ਮੋਟੀਵੇਸ਼ਨ ਕਰਨਾ ਵੀ ਤਾਂ ਜੋ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕਣ ਆਫ ਦਾ ਆਰਗੇਨਾਈਜੇਸ਼ਨ। ਇਹਨਾਂ ਦੋਨਾਂ 'ਚ ਤੁਸੀਂ ਕਿਸੇ ਵੀ ਇੱਕ ਰਾਈਟਰ ਦੀ ਕੀ ਕਰ ਸਕਦੇ ਹੋ, ਜੇ ਤੁਹਾਨੂੰ ਈਜ਼ੀ ਲੱਗਦੀ ਹੈ ਉਹਦੀ ਕੀ ਕਰ ਸਕਦੇ ਹੋ, ਡੈਫੀਨੇਸ਼ਨ ਕਰ ਸਕਦੇ ਹੋ। ਨੈਕਸਟ ਟੌਪਿਕ ਆ ਗਿਆ ਆਪਣਾ ਸਟੈਪ ਇਨ ਪ੍ਰੋਸੈਸ ਆਫ ਸਟਾਫਿੰਗ। ਵੀ ਆਪਾਂ ਨੇ ਸਟਾਫਿੰਗ ਦੇ ਵਿੱਚ ਵੀ ਪ੍ਰੋਸੈਸ ਕਿਵੇਂ ਹੈ, ਵੀ ਆਪਣੇ ਕੋਲ ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਕਿ ਪੇਪਰ 'ਚ ਲੌਂਗ ਕੁਐਸਚਨ ਦੇ ਕੀ ਹੈ ਆਉਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ। ਆਪਣੇ ਸਟਾਫਿੰਗ ਦਾ ਕੀ ਕਰਨਾ, ਪ੍ਰੋਸੈਸ ਕਰਨਾ, ਉਹ ਕਿਹੜੇ ਸਟੈਪ ਹੈ ਵੀ ਸਟਾਫਿੰਗ ਦੇ ਪ੍ਰੋਸੈਸ ਦੇ। ਫਸਟ ਸਟੈਪ ਹੈਗਾ ਆਪਣੇ ਕੋਲ ਐਸਟੀਮੇਟਿੰਗ ਮੈਨ ਪਾਵਰ ਰਿਕੁਆਇਰਮੈਂਟ, ਵੀ ਆਰਗੇਨਾਈਜੇਸ਼ਨ ਦੇ ਅੰਦਰ ਆਪਾਂ ਨੇ ਕੀ ਮੈਨ ਪਾਵਰ ਦਾ ਕੀ ਲਗਾਉਣਾ, ਆਪਾਂ ਨੇ ਐਸਟੀਮੇਟ ਲਗਾਉਣਾ ਹੈ। ਦਾ ਫਸਟ ਥਿੰਕ ਇਨ ਸਟਾਫਿੰਗ ਪ੍ਰੋਸੈਸ, ਵੀ ਸਭ ਤੋਂ ਪਹਿਲਾਂ ਸਟਾਫਿੰਗ ਪ੍ਰੋਸੈਸ ਦੇ ਵਿੱਚ ਫਸਟ ਥਿੰਕ ਇਜ਼ ਟੂ ਐਸਟੀਮੇਟ ਮੈਨ ਪਾਵਰ ਨੀਡਸ, ਵੀ ਸਾਨੂੰ ਕੀ ਹੈ ਇਹ ਬੰਦਿਆਂ ਦਾ ਅੰਦਾਜ਼ਾ ਲਗਾਉਣ ਦੀ ਕੀ ਹੈ ਜ਼ਰੂਰਤ ਹੁੰਦੀ ਹੈ। ਐਂਡ ਐਫਰਟ ਇਜ਼ ਮੇਡ ਟੂ ਅਸੈਸ ਮੈਨ ਪਾਵਰ ਨੀਡਸ ਇਨ ਐਡਵਾਂਸ ਕੀਪਿੰਗ ਇਨ ਵਿਊ ਦਾ ਪ੍ਰੋਡਕਸ਼ਨ ਸ਼ਡਿਊਲਸ। ਕਹਿੰਦਾ ਆਪਣੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਵੀ ਆਪਾਂ ਨੇ ਪਹਿਲਾਂ ਹੀ ਆਪਣੀ ਪਹੁੰਚ ਹੋਣੀ ਚਾਹੀਦੀ, ਵੀ ਆਪਾਂ ਨੂੰ ਐਡਵਾਂਸ 'ਚ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਵੀ ਆਪਣੀ ਆਰਗੇਨਾਈਜੇਸ਼ਨ ਕਿੰਨੇ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ। ਇਹਦੇ ਲਈ ਸਾਨੂੰ ਕੀ ਦੇਖਣਾ ਚਾਹੀਦਾ ਹੈ, ਪ੍ਰੋਡਕਸ਼ਨ ਸ਼ਡਿਊਲ ਦੇਖਣਾ ਚਾਹੀਦਾ ਹੈ, ਡਿਮਾਂਡ ਫੋਰਕਾਸਟ ਦੇਖਣੀ ਚਾਹੀਦੀ ਹੈ, ਮਾਰਕੀਟ ਸ਼ਡਿਊਲ ਦੇਖਣਾ ਚਾਹੀਦਾ ਹੈ। ਇਹ ਸਾਰੀ ਚੀਜ਼ਾਂ ਦੀ ਹੈਲਪ ਨਾਲ ਇਹ ਕੀਪਿੰਗ ਵਿਊ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਨੂੰ ਪਹਿਲਾਂ ਹੀ ਕੀ ਐਡਵਾਂਸ ਦੇ ਵਿੱਚ ਮੈਨ ਪਾਵਰ ਦਾ ਰਿਕੁਆਇਰਮੈਂਟ ਦਾ ਪਹਿਲਾਂ ਹੀ ਐਸਟੀਮੇਟ ਲਗਾ ਲੈਣਾ ਚਾਹੀਦਾ ਹੈ। ਦ ਮੈਨ ਪਾਵਰ ਪਲਾਨ ਇਜ਼ ਸਬਜੈਕਟ ਟੂ ਰਿਵੀਜ਼ਨ ਫਰੋਮ ਟਾਈਮ ਟੂ ਟਾਈਮ, ਵੀ ਸਮੇਂ ਤੋਂ ਸਾਨੂੰ ਕੀ ਹੈ ਟਾਈਮ ਦੇ ਅਕੋਰਡਿੰਗ ਇਹ ਮੈਨ ਪਾਵਰ ਦੀ ਰਿਵੀਜ਼ਨ ਕਰਦੇ ਰਹਿਣੀ ਚਾਹੀਦੀ ਹੈ ਵੀ ਸੰਸਥਾ ਦੇ ਵਿੱਚ ਕਿੰਨੇ ਪਰਸਨਾਂ ਦੀ ਆਪਾਂ ਨੂੰ ਜ਼ਰੂਰਤ ਹੈ ਐਜ਼ ਪਰ ਦ ਰਿਕੁਆਇਰਮੈਂਟ ਆਫ ਆਰਗੇਨਾਈਜੇਸ਼ਨ। ਮੈਨ ਪਾਵਰ ਪਲੈਨਿੰਗ ਇਜ਼ ਏ ਪਾਰਟ ਆਫ ਦਾ ਓਵਰਆਲ ਕੋਰਪੋਰੇਟ ਪਲਾਨ, ਕਿ ਜਿਹੜੀ ਮੈਨ ਪਾਵਰ ਹੈ ਆਪਣੀ ਇੱਕ ਪਲੈਨਿੰਗ ਹੈ। ਮੈਨ ਪਾਵਰ ਕੀ ਇੱਕ ਤਰ੍ਹਾਂ ਦੀ ਪਲੈਨਿੰਗ ਹੈ ਜਿਹੜੀ ਕਿ ਇਹਦੀ ਆਪਣੀ ਪੂਰੇ ਪਲਾਨ ਦੇ ਕੀ ਹੈ ਪਾਰਟ, ਕੰਪਨੀ ਦੇ ਜੋ ਵੀ ਪਲਾਨ ਹੁੰਦਾ ਹੈ ਜੋ ਵੀ ਆਪਣੇ ਕੋਲ ਉਹਦਾ ਕੀ ਹੁੰਦਾ ਇੱਕ ਤਰ੍ਹਾਂ ਦਾ ਪਾਰਟ ਹੁੰਦਾ ਹੈ ਮੈਨ ਪਾਵਰ ਪਲੈਨਿੰਗ ਦਾ, ਕੰਪਨੀ ਦੀ ਪਲੈਨਿੰਗ ਦਾ। ਕਹਿੰਦੇ ਰਿਫਲੈਕਟ ਦਾ ਬੋਰਡ ਥਿੰਕਿੰਗ ਆਫ ਮੈਨੇਜਮੈਂਟ ਅਬਾਊਟ ਮੈਨ ਪਾਵਰ ਨੀਡ ਆਫ ਆਰਗੇਨਾਈਜੇਸ਼ਨਸ। ਕਹਿੰਦੇ ਜਿਹੜੇ ਉੱਥੇ ਆਪਣੇ ਕੋਲ ਬਰੋਡ ਥਿੰਕਿੰਗ ਆਪਣੇ ਕੀ ਵਧੀਆ ਤਰੀਕੇ ਨਾਲ ਕੀ ਕਰਨੀ ਹੁੰਦੀ ਹੈ, ਸੋਚਣਾ ਚਾਹੀਦਾ ਮੈਨੇਜਮੈਂਟ ਦੇ ਇਹ ਕਿਹਦੇ ਨਾਲ ਵੀ ਆਪਣੀ ਸੰਸਥਾ ਵਿੱਚ ਕਿੰਨੇ ਬੰਦਿਆਂ ਦੀ ਜ਼ਰੂਰਤ ਹੈ ਇਹਦੇ ਬਾਰੇ ਕੀ ਸਾਨੂੰ ਕੀ ਕਰਨਾ ਚਾਹੀਦਾ ਹੈ, ਸੋਚਣਾ ਚਾਹੀਦਾ ਹੈ। ਜਦੋਂ ਆਪਾਂ ਨੇ ਮੈਨ ਪਾਵਰ ਦੀ ਲਾ ਲਈ ਵੀ ਕਿੰਨੀ ਜ਼ਰੂਰਤ ਹੈ ਆਪਣੇ ਕੋਲ, ਤਾਂ ਕਹਿੰਦੇ ਆਫਟਰ ਡਿਟਰਮਿਨਿੰਗ ਦਾ ਮੈਨ ਪਾਵਰ ਨੀਡਸ, ਜਦੋਂ ਆਪਾਂ ਨੇ ਮੈਨ ਪਾਵਰ ਦੀ ਆਪਣੀ ਜ਼ਰੂਰਤ ਦੇਖ ਲਈ ਵੀ ਇੰਨੇ ਬੰਦਿਆਂ ਦੀ ਜ਼ਰੂਰਤ ਹੈ, ਐਂਡ ਐਫਰਟਸ ਇਜ਼ ਮੇਡ ਟੂ ਫਾਈਂਡ ਆਊਟ ਦਾ ਨੰਬਰ ਆਫ ਪਰਸਨ ਅਵੇਲੇਬਲ ਇਨ ਦਾ ਆਰਗੇਨਾਈਜੇਸ਼ਨ, ਤਾਂ ਆਪਾਂ ਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਰਗੇਨਾਈਜੇਸ਼ਨ ਕਿੰਨੇ ਪਰਸਨ ਕੀ ਹੈ ਅਵੇਲੇਬਲ ਹੈ, ਕਿੰਨੇ ਪਰਸਨ ਅਵੇਲੇਬਲ। ਆਫਟਰ ਡਿਟਰਮਿਨਿੰਗ ਦਾ ਮੈਨ ਪਾਵਰ ਨੀਡਸ ਐਂਡ ਐਫਰਟ ਇਜ਼ ਮੇਡ ਟੂ ਫਾਈਂਡ ਆਊਟ ਦਾ ਨੰਬਰ ਆਫ ਪਰਸਨ ਅਵੇਲੇਬਲ ਇਨ ਦਾ ਆਰਗੇਨਾਈਜੇਸ਼ਨ, ਦੇ ਵਿੱਚ ਵੀ ਆਰਗੇਨਾਈਜੇਸ਼ਨ ਵਿੱਚ ਕਿੰਨੇ ਪਰਸਨ ਆਪਣੇ ਕੋਲ ਅਵੇਲੇਬਲ ਹੈ। ਦਾ ਆਰਗੇਨਾਈਜੇਸ਼ਨ ਚਾਰਟ ਵਿਲ ਹੈਲਪ ਇਨ ਫਾਈਂਡਿੰਗ ਆਊਟ ਦਾ ਨੰਬਰ ਆਫ ਪਰਸਨ ਅਵੇਲੇਬਲ ਇਨ ਐਟ ਪ੍ਰੈਜ਼ੈਂਟ, ਤਾਂ ਕਹਿੰਦੇ ਕਿ ਆਰਗੇਨਾਈਜੇਸ਼ਨ ਚਾਰਟ ਹੁੰਦਾ ਹੈ ਜਿਹੜੀ ਆਪਣੀ ਹੈਲਪ ਕਰਦਾ ਹੈ ਵੀ ਜਿਹੜੀ ਕਿ ਆਪਾਂ ਨੂੰ ਫਾਈਂਡ ਆਊਟ ਕਰਨ 'ਚ ਹੈਲਪ ਕਰਦਾ ਵੀ ਕਿੰਨੇ ਪ੍ਰੈਜ਼ੈਂਟ ਦੇ ਵਿੱਚ ਕਿੰਨੇ ਪਰਸਨ ਉੱਥੇ ਕੰਮ ਕਰ ਰਹੇ ਅਵੇਲੇਬਲ ਹੈ। ਨੰਬਰ ਆਫ ਪਰਸਨ ਗੋਇੰਗ ਟੂ ਰਿਟਾਇਰ ਇਨ ਫਿਊਚਰ, ਵੀ ਫਿਊਚਰ ਦੇ ਵਿੱਚ ਕਿੰਨੇ ਵਿਅਕਤੀ ਕੀ ਆ ਰਿਟਾਇਰ ਹੋਣ ਵਾਲੇ ਹੈ, ਤਾਂ ਕਹਿੰਦਾ ਪਰਸਨ ਅਵੇਲੇਬਲ ਫॉर ਪ੍ਰਮੋਸ਼ਨ, ਕਿੰਨੇ ਵਿਅਕਤੀ ਕੇ ਪ੍ਰਮੋਸ਼ਨ ਲਈ ਅਵੇਲੇਬਲ ਹੈ, ਤਾਂ ਕਹਿੰਦੇ ਕੌਣ ਹੈਲਪ ਕਰਦਾ ਆਪਣਾ ਆਰਗੇਨਾਈਜੇਸ਼ਨ ਚਾਰਟ ਹੈਲਪ ਕਰਦਾ ਹੈ ਜਿਹੜਾ ਆਪਾਂ ਨੂੰ ਦੱਸਦਾ ਵੀ ਪ੍ਰੈਜ਼ੈਂਟ ਦੇ ਵਿੱਚ ਕਿੰਨੇ ਇੰਪਲਾਈਜ਼ ਅਵੇਲੇਬਲ ਹੈ ਅਤੇ ਕਿੰਨੇ ਫਿਊਚਰ ਦੇ ਵਿੱਚ ਰਿਟਾਇਰ ਹੋ ਸਕਦੇ ਆ ਤੇ ਕਿੰਨੇ ਪ੍ਰੈਜ਼ੈਂਟ ਵਿੱਚ ਪ੍ਰਮੋਸ਼ਨ ਦੇਣੀ ਹੈ ਕਿੰਨੇ ਵਿਅਕਤੀਆਂ ਨੂੰ, ਇਹ ਸਾਡੀ ਹੈਲਪ ਕਰਦੇ ਆ ਵੀ ਕਿੰਨੇ ਜਣੇ ਦੀ ਵੈਕੈਂਸੀ ਖਾਲੀ ਹੋ ਸਕਦੀ ਆਰਗੇਨਾਈਜੇਸ਼ਨ। ਤਾਂ ਡਿਫਰੈਂਸ ਬਿਟਵੀਨ ਦਾ ਐਕਚੁਅਲ ਨੀਡ, ਕਹਿੰਦਾ ਆਪਾਂ ਨੇ ਕੀ ਦੇਖਣਾ ਹੈ ਅਸਲ ਵਿੱਚ ਕਿੰਨੀ ਜ਼ਰੂਰਤ ਹੈ, ਐਂਡ ਦਾ ਪਰਸਨ ਅਵੇਲੇਬਲ ਵਿਲ ਇੰਡੀਕੇਟ ਦਾ ਨੰਬਰ ਆਫ ਪਰਸਨ ਰਿਕੁਆਇਰਡ, ਅਤੇ ਕਿੰਨੇ ਪਰਸਨ ਆਪਾਂ ਨੂੰ ਵੀ ਜਿਹੜੇ ਅਵੇਲੇਬਲ ਹੈ ਜਿਹੜੇ ਇੰਡੀਕੇਟ ਕਰਦੇ ਵੀ ਇੰਨੇ ਵਿਅਕਤੀ ਦੀ ਕੀ ਜ਼ਰੂਰਤ ਹੈ, ਉਹਦਾ ਜਿਹੜਾ ਡਿਫਰੈਂਸ ਹੋਊਗਾ ਉਨੀ ਆਪਣੀ ਮੈਨ ਪਾਵਰ ਦੀ ਕੀ ਹੋਊਗੀ ਜ਼ਰੂਰਤ ਹੋਊਗੀ। ਵੀ ਐਕਚੁਅਲ ਨੀਡਸ ਕਿੰਨੀ ਅਸਲ ਵਿੱਚ ਜ਼ਰੂਰਤ ਹੈ ਅਤੇ ਕਿੰਨੇ ਪਰਸਨ, ਦੇਖੋ ਆਪਣੇ ਬਾਰੇ ਦੇਖਣਾ ਵੀ ਸੰਸਥਾ ਦੇ ਵਿੱਚ ਆਪਣੇ ਕੋਲ ਇੰਨੇ ਵਿਅਕਤੀ ਹੋਣੇ ਜ਼ਰੂਰੀ ਹੈ, ਠੀਕ ਹੈ ਵੀ ਕਿੰਨੇ ਵਿਅਕਤੀ ਹੋਣੇ ਜ਼ਰੂਰੀ ਹੈ ਇੱਕ ਸੰਸਥਾ ਦੇ ਵਿੱਚ, ਇੱਕ ਆਰਗੇਨਾਈਜੇਸ਼ਨ ਦੇ ਅੰਦਰ 100 ਵਿਅਕਤੀ ਦੀ ਹੋਣੀ ਜ਼ਰੂਰੀ ਹੈ, ਠੀਕ ਹੈ ਕਿੰਨੀ ਹੈ 100 ਵਿਅਕਤੀ ਦੀ ਹੋਣੀ ਜ਼ਰੂਰੀ ਹੈ। ਸਪੋਜ਼ ਕਰੋ ਉੱਥੇ ਇਸ ਵਕਤ ਆਪਣੇ ਕੋਲ ਇੰਨੇ ਕੀ ਹੈ ਆਪਣੇ ਕੋਲ ਅਵੇਲੇਬਲ ਹੈ, ਕਿੰਨੇ ਪਰਸਨ ਅਵੇਲੇਬਲ ਹੈ 30 ਜਾਂ 40 ਜਾਂ 50 60 ਜਿੰਨੇ ਵੀ ਐਗਜ਼ਾਮਪਲ ਲੈ ਲਓ, ਸਪੋਜ਼ ਕਰੋ 60 ਪਰਸਨ ਅਵੇਲੇਬਲ ਹੈ ਜਿਹੜੇ ਇੰਡੀਕੇਟ ਕਰ ਦੇਣਗੇ ਵੀ ਆਪਣੇ ਕੋਲ ਉਹ 60 ਪਰਸਨ ਵਿੱਚ ਕਿੰਨੇ ਰਿਟਾਇਰ ਹੋਣਗੇ ਅਤੇ ਕਿੰਨਾ ਪ੍ਰਮੋਸ਼ਨ ਦਿੱਤੀ ਜਾਊਗੀ, ਅਤੇ ਉਸ ਵਕਤ ਉਹ ਜਿਹੜੀ ਪੋਸਟਾਂ ਖਾਲੀ ਹੋਣਗੇ ਵੈਕੈਂਸੀ ਖਾਲੀ ਹੋਣਗੇ ਜਿੰਨੇ ਪਰਸਨ ਜ਼ਰੂਰਤ ਹੋ ਉਹਨੂੰ ਐਕਚੁਅਲ ਦੇ ਵਿੱਚ ਉਹਨੇ ਕੀ ਆਪਾਂ ਟੋਟਲ ਦੇ ਵਿੱਚ ਉਹਨੇ ਕੀ ਆਪਾਂ ਕੀ ਕਰ ਲਾਂਗੇ ਪਰਸਨ ਕੀ ਕਰ ਲਾਂਗੇ ਮਾਈਨਸ ਕਰ ਦਾਂਗੇ ਵੀ ਅਸਲ ਵਿੱਚ ਤਾਂ ਇੰਨੀ ਜ਼ਰੂਰਤ ਹੈ ਪਰ ਜਿਹੜੇ ਆਪਣੇ ਕੋਲ ਅਵੇਲੇਬਲ ਇੰਨੇ ਹੈਗੇ ਆ ਅਤੇ ਕਿੰਨੇ ਨੰਬਰ ਆਫ ਪਰਸਨ ਦੀ ਰਿਕੁਆਇਰ ਹੋਊਗੀ ਉਹਨੂੰ ਕਹਿੰਦੇ ਮੈਨ ਪਾਵਰ ਰਿਕੁਆਇਰਮੈਂਟ। ਨੈਕਸਟ ਪੁਆਇੰਟ ਆ ਗਿਆ ਰਿਕਰੂਟਮੈਂਟ, ਜਦੋਂ ਆਪਾਂ ਨੇ ਮੈਨ ਪਾਵਰ ਦਾ ਕੀ ਲਗਾ ਲਿਆ ਐਸਟੀਮੇਟ ਲਗਾ ਲਿਆ। ਨੈਕਸਟ ਪੁਆਇੰਟ ਆ ਗਿਆ ਰਿਕਰੂਟਮੈਂਟ। ਰਿਕਰੂਟਮੈਂਟ ਇਜ਼ ਦਾ ਪ੍ਰੋਸੈਸ ਆਫ ਸਰਚਿੰਗ ਪ੍ਰੋਸਪੈਕਟਿਵ ਇੰਪਲਾਈਜ਼, ਵੀ ਰਿਕਰੂਟਮੈਂਟ ਇੱਕ ਉਹ ਪ੍ਰੋਸੈਸ ਹੈ ਜਿਹੜੀ ਆਪਣੀ ਕੋਲ ਕੇ ਇੰਪਲਾਈਜ਼ ਨੂੰ ਕੀ ਕੀਤਾ ਜਾਂਦਾ ਹੈ ਸਰਚ ਕੀਤਾ ਜਾਂਦਾ ਹੈ ਐਂਡ ਪਰਸਿਊਡਿੰਗ ਦੈਮ ਟੂ ਇੰਪਲਾਈ ਇਨ ਦਾ ਆਰਗੇਨਾਈਜੇਸ਼ਨਸ, ਕਹਿੰਦੇ ਇਹਦੇ ਵਿੱਚ ਕੀ ਹੈ ਉਹ ਆਰਗੇਨਾਈਜੇਸ਼ਨ ਕੀ ਕਰਦੇ ਆ ਅਪਲਾਈ ਕਰਦੇ ਆ। ਬਿਫੋਰ ਸਟਾਰਟਿੰਗ ਦਾ ਰਿਕਰੂਟਮੈਂਟ ਪ੍ਰੋਸੈਸ, ਕਹਿੰਦੇ ਸਭ ਤੋਂ ਪਹਿਲਾਂ ਰਿਕਰੂਟਮੈਂਟ ਪ੍ਰੋਸੈਸ ਸਟਾਰਟ ਕਰਨ ਤੋਂ ਪਹਿਲਾਂ ਤਾਂ ਪੋਜੀਸ਼ਨ ਵਿਚ ਇਜ਼ ਰਿਕੁਆਇਰਡ ਟੂ ਫਿਲ ਐ ਡਿਟਰਮਿਨੇਟ, ਪਹਿਲਾਂ ਉਹ ਪੋਜੀਸ਼ਨਾਂ ਚੈੱਕ ਕੀਤੀ ਜਾਂਦੀ ਵੀ ਜਿੱਥੇ ਉਹ ਵੈਕੈਂਸੀ ਕੇ ਫਿਲ
करनी है और डिटरमिनेट की भी किहड़ी पोजीशनां खाली है, क्योंकि देखो अपने को संस्था के अंदर बहुत सारी पोजीशनां होंदियां, मैनेजर की पोजीशन होंदी है, क्लर्क की पोजीशन होंदी है, इंपलॉयज़ की, वो सारी पोजीशन अपनी देखनी होंदी भी किन्नी पोजीशन की अपने को वैकेंट है, वैकेंसी खाली है, वो सारी चीज़ां की अपनी पहला फील्ड करनी है, जी वो सारी डिटरमिनेट करनी पऊ किन्नी पोजीशन अपने को खाली है। कहते रिक्रूटमेंट मे बी बोथ फ्रॉम विद इन द ऑर्गेनाइजेशंस भी, कहते जी रिक्रूटमेंट है वो आप ऑर्गेनाइजेशन के अंदर भी की जा सकती है तो बाहरों भी की जा सकती है, फ्रॉम विद इन द ऑर्गेनाइजेशन एंड फ्रॉम आउटसाइड सोर्सिज। कहते गुडविल एक्वायर्ड बाय द एंटरप्राइज विल इन्फ्लुएंस ड्राइविंग अट्रैक्टिव सूटेबल पर्सन इन द ऑर्गेनाइजेशन भी, जिस संस्था की वधिया गुडविल होगी, जिस संस्था की करूगी वधिया गुडविल होगी, उस संस्था के अंदर वधिया व्यक्ति की करेंगे, चर्च की करेंगे, ज्वाइन करेंगे, उत्थे की करेंगे अप्लाई करेंगे ये आदि, और रिक्रूटमेंट नूं आदि पोजीशनां नूं गेन करन दे लई भी उत्थे आदि की है आपदा प्रोफाइल वगैरह या बायोडाटा क्या अटैच करेंगे, या जिवें भी प्रोसैस होगा उस अकॉर्डिंग सूटेबल पर्सन के उस संस्था की गुडविल के अकॉर्डिंग की होंगे अट्रैक्ट होंगे। बट द रिक्रूटमेंट प्रोसैस इनवॉल्व एलीमेंट सच एज रिक्रूटमेंट पॉलिसी, कि रिक्रूटमेंट प्रोसैस के विच की इनवॉल्व किया जाता है, एलीमेंट एक इनवॉल्व किया जाता है कि रिक्रूटमेंट पॉलिसी भी किस तरह संस्था रिक्रूटमेंट पॉलिसी, रिक्रूटमेंट ऑर्गेनाइजेशन, फोरकास्टिंग ऑफ मैन पावर नीड्स, डेवलपमेंट यूज ऑफ मैन पावर रिसोर्सिज एंड मैथड असेसिंग रिक्रूटमेंट प्रोग्राम, ये सारी चीज़ां कि आप इनवॉल्व करते हैं कि रिक्रूटमेंट प्रोसैस की कुछ पॉलिसी, डिवेलपमेंट, फोरकास्टिंग मैन पावर भी कितनी जरूरत है अपन, मैथड मैन पावर रिसोर्सिज सारी मैथड वगैरह चैक करने होंगे, जिस आप रिक्रूटमेंट अप्रोच की करते हैं हेल्प करते हैं। थर्ड पॉइंट आ गया अपने को सिलैक्शन का, थर्ड पॉइंट आ गया सिलैक्शन का, जो अपने को देखो इट इज़ द प्रोसैस ऑफ सिलैक्टिंग सूटेबल पर्सन फॉर द डिफरेंट, ये अपने को एक प्रोसैस होंदा है जी अपने डिफरेंट जॉब के लिए की करना होंदा है, पर्सन को सिलैक्ट करना होंदा है। इन दिस एक्सरसाइज suitable persons are spotted out those who are interested to get employment in the organization। ਇਹ ਐਕਸਰਸਾਈਜ਼ ਦੇ ਵਿੱਚ ਕਹਿੰਦਾ ਜਿਹੜੇ ਸੂਟੇਬਲ ਪਰਸਨ ਹੁੰਦੇ ਉਹਨਾਂ ਨੂੰ ਸਪੋਟਡ ਕੀਤਾ ਜਾਂਦਾ ਹੈ ਆਊਟ ਆਫ ਦੋਜ਼ ਹੂ ਆਰ ਇੰਟਰਸਟਡ, ਜਿਨ੍ਹਾਂ ਨੇ ਕੀ ਹੈ ਆਰਗੇਨਾਈਜੇਸ਼ਨ ਦੇ ਅੰਦਰ ਕੀ ਹੈ ਗੈਟ ਇੰਪਲੋਇਮੈਂਟ ਲੈਤੀ ਹੁੰਦੀ ਹੈ ਵੀ। ਦੇਖੋ ਆਪਾਂ ਨੂੰ ਪਤਾ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈ, ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਜਿਹੜੇ ਆਲਰੇਡੀ ਕੀ ਹੈ ਆਪਣੇ ਕੋਲ ਆਰਗੇਨਾਈਜੇਸ਼ਨ ਦੇ ਅੰਦਰ ਕੀ ਹੈ ਆਪਣੇ ਇੰਪਲੋਇਮੈਂਟ ਲੈਣਾ ਚਾਹੁੰਦੇ ਹੈ, ਉਹਨਾਂ ਨੂੰ ਕੀ ਸੂਟੇਬਲ ਪਰਸਨ ਨੂੰ ਕੀ ਕੀਤਾ ਜਾਂਦਾ ਸਪੋਰਟ ਕੀਤਾ ਜਾਂਦਾ ਹੈ। ਆਲ ਪਰਸਨ ਹੂ ਹੈ ਅਪਲਾਈਡ ਮੇਨ ਨੋਟ ਬੀ ਸੂਟੇਬਲ, ਕਿਉਂ ਦੇਖੋ ਜਿਹੜੇ ਸਾਰੇ ਦੇ ਸਾਰੇ ਪਰਸਨ ਉਹ ਸੰਸਥਾ ਦੇ ਅੰਦਰ ਰਿਕਰੂਟ ਕੀਤੇ ਜਾਂਦੇ ਹੈ, ਠੀਕ ਹੈ, ਜਾਂ ਅਪਲਾਈ ਕਰਦੇ ਹੈ, ਉਹ ਸਾਰੇ सूटेबल नहीं होंगे। देखो सपोज करो संस्था के अंदर 40 पोस्ट वाली वैकेंसी की एडवर्टाइजमेंट की है, पर उत्थे पर्सन अप्लाई किया लखा पर्सन ने की अप्लाई किया, सारे के सारे पर्सन की नहीं होंगे सूटेबल नहीं होंगे। तो मोर एवर द नंबर ऑफ एप्लीकेंट में भी मच मोर दैन द पोजीशन आ गया लिखा भी ਜਿਹੜੇ अप्लाई करने वाले की होंगे ज़्यादा होंगे, जबकि वैकेंसी उन्नियां होंदियां नहीं अपने को। द नंबर ऑफ एप्लीकेंट्स में भी मच मोर दैन द पोजीशन वैकेंट्स नालों भी जिन्नी ऑर्गेनाइजेशन पोजीशन खाली पी तो ज़्यादा की एप्लीकेशन अपने को आ जाती है। तो इट बिकम ऑल द मोर इंपोर्टेंट टू स्क्रूटिनाइज एप्लीकेशन प्रॉपरली, तो इस करके उत्थे इंपोर्टेंट बन जाता है भी एप्लीकेशन स्क्रूटिनाइज किते चंगे तरीके नाल की है पूरी जांच पड़ताल की जाए, ਜਿਹੜੇ अनसूटेबल पर्सन उन्होंने इंटरव्यू के लिए की है सद्या ना जाए। कहते अनसूटेबल पर्सन नॉट कॉल फॉर फर्दर इंटरव्यू। द मैचिंग ऑफ पर्सन विद द जॉब मे आल्सो इन्फ्लुएंस कोर्स रिस्पेक्ट सिंस अनसूटेबल पर्सन रिक्वायर मोर ट्रेनिंग, कि जी आप जिस व्यक्ति ने मैचिंग जॉब देवांगे वो क्वालीफाई के अकॉर्डिंग देवांगे वो अपने के कोर्स को बहुत ज़्यादा प्रभावित करेगा। किसी ने कोर्स कमाया जो अनसूटेबल पर्सन है, क्योंकि अनसूटेबल पर्सन वो होंगे जिन्होंने अपनी ट्रेनिंग का भी खर्चा की है ज़्यादा देना पऊगा, जिस करके उत्ते कोस्ट की आ सकती है आपको ज़्यादा आ सकती है। नैक्सट आ गया अपने को प्लेसमेंट एंड ओरीटेशन। प्लेसमेंट एंड ओरीटेशन देखो जो अपन पता सिलैक्शन के अपने किया भी ये बहुत सारे व्यक्ति की एप्लीकेशन आती जिन्नी पोजीशन अपने को खाली नहीं होंदियां, तो कहते उस तो अपने सारी एप्लीकेशन स्क्रूटिनाइज करना होंगे, मतलब सारी बाहर कड्ढनी होंगी जो मतलब मैच नहीं करते, जो पर्सन मैच करते जॉब उन्होंने सद्या जाता है। वाई रीजन की है, क्योंकि जो अनसूटेबल पर्सन होंगी है उन्होंने कॉस्ट की आती अपने को ज़्यादा आती, किस चीज़ की कॉस्ट ज़्यादा आती है, ट्रेनिंग का खर्चा किया जाता ज़्यादा। नैक्सट पॉइंट आ गया प्लेसमेंट एंड ओरीटेशन। प्लेसमेंट इज द आस्किंग ऑफ द सिलेक्टेड कैंडिडेट टू ऑक्यूपाई द पोजीशन इन द ऑर्गेनाइजेशन फॉर विच दे हैव बीन सिलैक्टेड। भी प्लेसमेंट के विच की है उन्होंने पूछा जाता है सिलैक्ट जो कैंडिडेट सिलैक्ट किए जाते हैं, ठीक है। प्लेसमेंट इज आस्क ऑफ सिलैक्ट कैंडिडेट टू ऑक्यूपाई द पोजीशन द ऑर्गेनाइजेशन विच हैव बीन बी सिलैक्टेड। भी कहते उन्होंने पूछा जाता है भी कैंडिडेट जो सिलैक्ट किए जाते हैं जी पोजीशन इन्होंने सिलैक्ट किए जाते हैं कि तुसी इस चीज़ लिए भी मतलब काम करने तैयार हो भी सिलैक्टेड किए जाते जिसलिए। तो कहते कैंडिडेट्स ऑफ सिलैक्ट प्लेस ऑन जॉब, तो कहते कैंडिडेट को सिलैक्ट कर दिता जाता वो जॉब की थां दी जाती है। ओरीटेशन मीनस भी जी अपने को भी अपने को जिस संस्था ऑर्गेनाइजेशन अंदर वो काम करेंगे नवे नवे इंप्लॉय जो अपॉइंट किए हैं उन्होंने उन्होंने इन्वायरमेंट ऑर्गेनाइजेशन रूल रेगूलेशन बारे की दस्या जाऊ।
देखो प्लेसमेंट का होंगे भी ये कैंडिडेट सिलेक्ट किए हैं उन्होंने जगह की है दे दी जाऊगी, मतलब उन्होंने जॉब की जिथे उन्होंने मतलब जिथे भी वर्क करना है वो जॉब उन्हें मैट्रिक क्वालिफिकेशन के अकॉर्डिंग ही उन्होंने दे दी जाऊगी। उत्थे उन्हें यही लिखा सी भी कैंडिडेट ऑक्यूपाई पोजीशन ऑक्यूपाई कर लेंदा है जिस लिए वो सिलेक्ट किया गया सी, पर कैंडिडेट्स वो सिलेक्ट है प्लेस ऑन जॉब। ओरीटेशन मीनस भी वो तो चलो प्लेसमेंट होगी चलो कैंडिडेट की। नैक्सट भी वह क्या ओरीटेशन होंगे भी ये न्यू इंपलाय जो न्यू इंपलाय सिलेक्ट किया है उन्होंने ऑर्गेनाइजेशन के इन्वायरमेंट बारे की करना इंट्रोड्यूस कराना, इन्वायरमेंट है कोलैब्स बारे आसे पासे के रूल्स बारे रेगूलेशन बारे पॉलिसीज बारे ऑर्गेनाइजेशन के। एंड एफर्ट इज मेड टू अपना ये कोशिश होगी टू मेक द न्यू इंपलाय फील एट होम भी घर वांगू महसूस करे, जो नवा कर्मचारी है महसूस करके वो घर ही घर की तरह की है उन्हें ट्रीट किया जा रहा है। नाउ द थिंग्स विच आर एसेंशियल इन परफॉर्मिंग जॉब उन्होंने पता होना चाहिए भी वो जॉब के लिए की चीज़ां जरूरी हैं। तो दिस एक्सरसाइज हैल्प हिम इन मेकिंग परसनल एडजस्टमेंट्स एसेंशियल फॉर परफॉर्मिंग इज वर्क। जी एक्सरसाइज है जी उन्होंने होमवर्क की फीलिंग देवांगे उन्होंने सही चीज़ां दसांगे भी जॉब के लिए परफॉर्म लिए की चीज़ां जरूरी हैं, तो कहते वो अपनी सहायता करूगी वो पर्सनल एडजस्टमेंट करने भी वो अपने नाल की है वो ऑर्गेनाइजेशन के की है एडजस्टमेंट हो सकूगा, ठीक है वधिया तरीके नाल की कर सकूगा काम कर सको कि कोई भी नवा इंपलाइज होंगे उन्होंने एडजस्टमेंट करनी की बहुत औखे, क्योंकि देखो आसे पासे न्यू इन्वायरमेंट होंगे उन्हें एक दूजे का पता नहीं होंगे भी अपने बिहेवियर का, तो इस करके अपन जरूरी होंगे भी वधिया अपनी ये कोशिश हो भी उन्होंने वधिया यह जिहा फील किया भी वो घर वांगू ही उन्होंने ट्रीट किया जाए उत्थे भी कोई यह जिहा बिहेव ना किया जिस करके इंपलाइज की ऑर्गेनाइजेशन को छड्ड के चला जाए। इस करके उत्थे उन्होंने लिखे एन एफर्ट इज मेड टू मेक द न्यू इंपलाय फील एट होम एंड नाउ द थिंग्स विच एसेंशियल परफॉर्मिंग जॉब वो सही चीज़ों पता होना चाहिए काम करने के लिए। दिस एक्सरसाइज हैल्प हिम इन मेकिंग पर्सनल एडजस्टमेंट जिस करके की है उन्होंने वधिया अटैचमेंट हो सकूगा वधिया उन्होंने एडजस्टमेंट कर सकूगा जी कि अपने को किसी वर्क को परफॉर्म करने लिए जरूरी है वो पर्सनल एडजस्टमेंट उत्थे अटैच होने के लिए। दिस इनवॉल्व बिकम एक्वाइंटेड विद एसेट एंड ड्यूटी ऑफ द जॉब, इस करके उत्थे की उन्होंने सारे इकट्ठा रल के काम दिता जाऊगा वो जॉब में की करूगा ड्यूटीज पूरी करूगा एज वैल इज बीइंग ओरिएंटेड टू कंपनी पॉलिसी एंड गोल्स, वो सारी उन्होंने कंपनी के पॉलिसियों बारे तो गोल्स बारे की है सारी जानकारी दी जाऊगी कंपनी की पॉलिसी है भी प्लेसमेंट कैंडिडेट ने वो प्लेसमेंट देती ओरीटेशन जो सारे वो वातावरण के आसे पासे नू रेगूलेशन बारे की सारा की क्या अपने समझा दिता। नैक्सट टॉपिक नैक्सट पॉइंट आ गया अपने को ट्रेनिंग एंड डिवेलपमेंट। ट्रेनिंग एंड डिवेलपमेंट ट्रेनिंग एंड डिवेलपमेंट इज मीन टू इंप्रूव द स्किल एंड नॉलेज ऑफ इंपलाइज भी ट्रेनिंग एंड डिवेलपमेंट एक ये है जी अपनी के इंपलाइज के स्किल एंड नॉलेज की करता है इंप्रूवमेंट करता है, स्किल एंड नॉलेज की करता है इंप्रूवमेंट करता है। ट्रेनिंग एंड डिवेलपमेंट एक्यूप न्यू इंपलाइज विद नॉलेज एंड स्किल रैफरेंस टू जॉब, ये उन्होंने की है नवे इंपलाइज की है उन्होंने जॉब रिलेट की जाती है नॉलेज से स्किल दी जाती है रैफरेंस दिता जाता है। वैन ए परसन कहते जो वैन ए परसन इज फाइनली अप्रूव फॉर एंट्री इनटू कंसर्न जो कोई एक व्यक्ति या ऑर्गेनाइजेशन के अंदर एंटर कर जाता है ही इज गिवन सम काइंड ऑफ ट्रेनिंग ये की है कुछ ट्रेनिंग दी जाती है टू कीप हिम टू टेक अप द न्यू असाइनमेंट ता जो जी उन्होंने नवी असाइनमेंट दी है वो चंगे तरीके की काम कर सके अपने को। तो ट्रेनिंग एंड डिवेलपमेंट असाइनमेंट कहते हैं वर्क जी अपने कोई नवा वर्क किया है। ट्रेनिंग एंड डिवेलपमेंट इज बेनीफिशियल फॉर बोथ इंपलॉयर एंड इंपलाय भी जी ट्रेनिंग एंड डिवेलपमेंट है ये अपने को मालक ते कर्मचारी दोवां लई की है वधिया है। ये वैल ट्रेन वर्क इंप्रूव इज एफिशिएंसी एक वधिया ट्रेन वर्क की है आदि एफिशिएंसी इंप्रूवमेंट करता है प्रोडक्टिविटी की करता है इंप्रूवमेंट करता है। सुटेबल ट्रेनिंग एंड डिवेलपमेंट मैथड शुड बी डिवाइस फॉर डिफरेंट कैटेगरी ऑफ इंपलाइज भी जी वधिया ट्रेनिंग दी है डिवेलपमेंट मैथड है एक तो डिवाइस है जो अलग अलग कैटेगरी इंपलाइज अंदर की करता अपने को इंप्रूवमेंट करता है। ये फॉर्मल ट्रेनिंग विल अवॉइड द रिस्क ऑफ ट्रायल एंड एरर भी जी फॉर्मल ट्रेनिंग होंगी है वो अवॉइड रहनी चाहिए है क्योंकि वो बहुत ज़्यादा ट्रायल एंड एरर से रिस्क बना रहता है। विल आल्सो मिनिमम कॉस्ट ऑफ वेस्टेज इनवॉल्व इन ट्रेनिंग भी एक जो ट्रेनिंग के की हेल्प मिलती है अपनी एक तो कॉस्ट घट जाती है एक वेस्टेज की घटाने की करता अपनी हेल्प करता अपने को। नैक्सट आ गया अपने को परफॉर्मेंस अप्राइजल। नैक्सट पॉइंट आ गया अपने को परफॉर्मेंस अप्राइजल कहते परफॉर्मेंस अप्राइजल इज द मैथड टू असैस द वर्किंग ऑफ अ पर्सन कि परफॉर्मेंस अप्राइज द मैथड टू असैस द वर्किंग ऑफ पर्सन भी जो परफॉर्मेंस अप्राइज है एक मैथड है जिस जो व्यक्ति काम करने तक की होनी चाहिए अपने को पहुँच होनी चाहिए है भी ठीक है एक मैथड है भी देखा जाए भी व्यक्ति की भी काम सही तरीके नाल कर रहा है वो पहुँच होनी चाहिए वो परफॉर्मेंस मतलब भी मैजरमेंट की भी काम किस तरीके नाल कर रहा है। इट हेल्पिंग नाउ हाउ वैल द पर्सन इज परफॉर्मिंग कहते अपनी सहायता करता भी व्यक्ति किस तरह काम कर रहा है। हैज़ बीन एबल टू मीट द डिमांड ऑफ पोजीशन भी कि वो जी पोजीशन है वो मतलब पूरी हो रही है डिमांड्स वगैरह। द इवैल्यूएशन इज नॉर्मली डन बाय इमीडिएट सुपीरियर इन द ऑर्गेनाइजेशन कहते जो सुपीरियर होगा हैड होगा वो इवैल्यूएशन करूगा ऑर्गेनाइजेशन के अंदर। इट इज रिव्यू इन टर्न बाय सुपीरियर तो क्या सुपीरियर की
चीज़ का की दूगा रिव्यू दूगा अपने को। नॉट ओनली द क्वालिटीज़ बट द डेफिशिएंसी आल्सो इवैल्यूएट, कहना सिर्फ वो क्वालिटी ही नहीं चैक करूगा सगों वो कमियां भी कड्डूगा, वैल्यूएट करूगा ਤਾਂ ਜੋ ਉਹਦੀ परफॉर्मेंस इंप्लॉय की परफॉर्मेंस की कर सके इंप्रूवमेंट कर सके। भी सिर्फ वो क्वालिटी ही नहीं चैक करनी है सगों वो कमियां भी वैल्यूएट करनी है ਤਾਂ ਜੋ ਉਹਦੀ परफॉर्मेंस इंप्लॉयज़ की जी परफॉर्मेंस है कर्मचारी की परफॉर्मेंस है वो की किया सके इंप्रूवमेंट किया जा सके। नैक्सट पॉइंट आ गया अपने को प्रमोशन एंड कैरियर प्लैनिंग। प्रमोशन एंड कैरियर प्लैनिंग, प्रमोशन इज़ द प्रोसैस विच गिव अ हाई रिस्पोंसिबिलिटी। भी प्रमोशन एक जिहा प्रोसैस है जिहड़ा ਆਪਾਂ ਨੂੰ ਕੀ ਦਿੰਦਾ ਜ਼ਿਆਦਾ ਰਿਸਪੌਂਸਿबिलिटी ਦਿੰਦਾ, ਵਧੀਆ ਸਟੇਟਸ ਦਿੰਦਾ, ਵਧੀਆ ਮੋਰ ਇਨਵੋਲਵਮੈਂਟ ਦਿੰਦਾ, ਬੈਟਰ ਓਪਰਚੁਨਿਟੀ ਦਿੰਦਾ। ਵੀ ਪ੍ਰਮੋਸ਼ਨ ਤਰੱਕੀ ਇੱਕ ਜਿਹਾ ਸਾਧਨ ਹੈ ਜਿਸ ਤਰ੍ਹਾਂ ਕਿ ਕਰਮਚਾਰੀ ਨੂੰ ਵਧੀਆ ਰਿਸਪੌਂਸਿबिलिटी ਦਿੰਦੇ ਆ, ਹਾਈ ਰਿਸਪੌਂਸਿबिलिटी, ਬੈਟਰ ਸਟੇਟਸ, ਮੋਰ ਇਨਵੋਲਵਮੈਂਟ ਵੀ ਵਧੀਆ ਤਨਖਾਹ ਵਗੈਰਾ, ਬੈਟਰ ਓਪਰਚੁਨਿਟੀ। ਦ ਬੇਸ ਆਫ ਪ੍ਰਮੋਸ਼ਨ ਇਜ਼ ਦ ਪਰਫਾਰਮੈਂਸ ਆਫ ਇੰਪਲਾਈ ਐਟ ਇਜ਼ ਪ੍ਰੈਜ਼ੈਂਟ ਪੋਸਟਿੰਗ। ਕਹਿੰਦਾ ਜਿਹੜੀ ਪ੍ਰਮੋਸ਼ਨ ਦੀ ਬੇਸਿਸ ਹੁੰਦੀ ਹੈ ਇਹਦੇ ਵਿੱਚ ਇੰਪਲਾਈ ਦੀ ਪਰਫਾਰਮੈਂਸ ਦੇ ਬੇਸ 'ਤੇ ਦਿੱਤੀ ਜਾਂਦੀ ਹੈ ਜਿਹੜੇ ਉਹ ਪ੍ਰੈਜ਼ੈਂਟ ਪੋਸਟਿੰਗ ਦੀ ਕੀਤੀ ਜਾਂਦੀ ਹੈ। ਹਿਜ਼ ਐਟੀਟਿਊਡ ਐਂਡ ਆਊਟਲੁੱਕ, ਕੈਪੇਬਿਲਿਟੀ ਟੂ ਟੇਕ ਕਿਨੇ ਆਪਣੇ ਕੋਲ प्रमोशन जी अपने को द बेसिस ऑफ प्रमोशन होंगे परफॉर्मेंस के बेस के पोस्टिंग की जाती है। तो कहते प्रेजेंट पोस्टिंग इज एटीट्यूड आउटलुक कैपेबिलिटी टेक हाई रिस्पॉन्सिबिलिटी सीनियरिटी इन द कैडार एक्सेट्रा। प्रमोशन वैन्यू मोटिवेट पीपल टू इंप्रूव द परफॉर्मेंस। भी जी प्रमोशन वैन्यू ही है जी की करती है पीपल की करती है वो परफॉर्मेंस में इंप्रूवमेंट करती है, मोटिवेट करती है सो डैट दे गैट चांस टू मूव हायर द लैडर्स, जिस करके वो की वड्डी पोजीशन वालों की करता है मूव करता है। तो प्रमोशन आल्सो हैल्प इन रिटेनिंग कैपेबल इंप्लॉय इन द ऑर्गेनाइजेशन, जिस करके प्रमोशन की करती है अपनी हैल्प करती है। ठीक है, किस चीज़ की अपने को और पीपल्स ਨੂੰ ਕੀ ਵਧੀਆ ਅੰਦਰ ਬਣਾਈ ਰੱਖਣ ਦੇ ਲਈ। ਨਹੀਂ ਤਾਂ ਜੇ ਆਪਾਂ ਉਹਨੂੰ ਪ੍ਰਮੋਸ਼ਨ ਨਾ ਦਈਏ ਤਾਂ ਹੋ ਸਕਦਾ ਵੀ ਕਰਮਚਾਰੀ ਕੇ ਆਰਗੇਨਾਈਜੇਸ਼ਨ ਕੇ ਛੱਡ ਕੇ ਚਲੇ ਜਾਣ। ਇਸ ਕਰਕੇ ਪ੍ਰਮੋਸ਼ਨ ਹੀ ਹੈ ਜਿਹੜੀ ਪੀਪਲ ਨੂੰ ਅੰਦਰ ਬਣਾਈ ਰੱਖਣੀ, ਕਰਮਚਾਰੀ ਨੂੰ ਅੰਦਰ ਬਣਾਈ ਰੱਖਣੀ ਕਰਦਾ, ਆਪਣੀ ਹੈਲਪ ਕਰਦਾ। ਨੈਕਸਟ ਪੁਆਇੰਟ ਆ ਗਿਆ ਕੰਪਨਸੇਸ਼ਨ। ਨੈਕਸਟ ਪੁਆਇੰਟ ਆ ਗਿਆ ਕੰਪਨਸੇਸ਼ਨ। ਦ ਮੈਚਿੰਗ ਸੈਲਰੀ ਟੂ ਕੰਟਰੀਬਿਊਟ ਆਫ ਦ ਇੰਪਲਾਈ ਇਜ਼ ਅ ਡਿਫਿਕਲਟ ਟਾਸਕ ਆਫ ਦ ਸਟਾਫਿੰਗ ਪ੍ਰੋਸੈਸ। ਵਿਚ ਇਸ ਆਪਾਂ ਨੇ ਕੀ ਆਪਣੇ ਇੰਪਲਾਈ ਨੂੰ ਕੀ ਵੀ ਉਹਦੀ ਜੋਬ ਦੇ ਅਕੋਰਡਿੰਗ ਦੀ ਸੈਲਰੀ ਮੈਚ ਕਰਨੀ ਚਾਹੀਦੀ। ਜੇ ਅਲੱਗ-ਅਲੱਗ ਆਪਣੇ ਸਟਾਫ ਪ੍ਰੋਸੈਸ 'ਚ ਅਲੱਗ-ਅਲੱਗ ਟਾਸਕ ਲਈ ਅਲੱਗ-ਅਲੱਗ ਵੈਕੈਂਸੀ ਫਿਲ ਕੀਤੀ ਜਾਂਦੀ ਹੈ, ਇਸ ਕਰਕੇ ਉਹਨਾਂ ਦੀ ਜੋਬ ਦੇ ਅਕੋਰਡਿੰਗ ਸੈਲਰੀ ਕੀ ਦੇਣੀ ਜੇ मैच करनी चाहिए है। द विजन सैलरी स्ट्रक्चर शुड बी विद द कहना फेयर होना चाहिए बोथ इंप्लॉय एंड इंप्लॉय। भी वेजेस स्ट्रक्चर जो सैलरी स्ट्रक्चर होना चाहिए मालिक ते कर्मचारी दोवां लई सही होवे। इट मस्ट कमेंसरेंट विद द कंट्रीब्यूशन ऑफ इंप्लॉयज। भी जरूरी है भी जो स्टार्टिंग होवे वो कर्मचारी के सहयोग नाल स्टार्ट होवे। सिंस कंपनसेशन इज इंपोर्टेंट एलीमेंट ऑफ कॉस्ट स्ट्रक्चर, इस करके जो कंपनसेशन है एक इंपोर्टेंट एलीमेंट बनने आंदा किस चीज़ का कॉस्ट स्ट्रक्चर का। मैनेजमेंट में ट्राई टू कीप एट रीजनेबल लैवल। सब मैनेजमेंट में शेयर कोशिश करता है फिर एक वधिया रीजनेबल लैवल ते की है भी उन्होंने की सैलरी दी जाए जिस तरह कि अपने कॉस्ट स्ट्रक्चर भी ज़्यादा प्रभावित ना करे। इंप्लॉयज ऑन द अदर हैंड में आस्क फॉर हायर कंपनसेशन ऑर्डर टू मीट देयर लिविंग स्टैंडर्ड्स। जो इंप्लॉयज है कर्मचारी है वो ऐ कहते भी सानू कि ज़्यादा तो ज़्यादा कि कंपनसेशन दिता जाए क्योंकि उन्होंने लिविंग स्टैंडर्ड के अकॉर्डिंग भी जी उन्होंने मतलब एक दिन की भी इन्ने सानू कि रुपए चाहिए है या महीने देने चाहिए। तो मैनेजमेंट शुड ट्राई टू फिक्स रीजनेबल रेट। मैनेजमेंट कोशिश करती है भी एक रीजनेबल रेट दिता जाए कंपनसेशन का सो डैट इट डज नॉट एडवर्सली इफैक्ट एनी पार्टी। कहते इस करके किसी भी पार्टी से की ना पवे इफैक्ट ना पवे। इस करके मैनेजमेंट कोशिश करती है कि वधिया रेट तय किया जाए जो इंप्लॉय को सैलरी देने का जिस तरह कि एक पार्टी से भी की ना की पवे कोई इफैक्ट ना पवे। नैक्सट पॉइंट है सैपरेशन। द इंप्लॉयज मे बी लिविंग द ऑर्गेनाइजेशन फॉर वन पर्सन या द अदर्स। कहते जो इंप्लॉयज है की है ये ऑर्गेनाइजेशन की है छड्ड के चले जाते हैं। की रीजन होंगे भी सैपरेशन होता भी जब उन्होंने वधिया ट्रीट नहीं किया जाता या वधिया सैलरी नहीं दी जाती। दिस टर्न ओवर में ड्यू टू रिटायरमेंट रेजिनेशन टर्मीनेशन रिट्रैचमेंट डैथ। कहते टर्न ओवर की होंगे जब रिटायरमेंट होंगे या रेजिनेशन देता है या टर्मीनेशन खत्म हो जाता कॉन्टैक्ट या रिट्रैचमेंट या डैथ। द न्यू इंप्लॉय कम इन प्लेस ऑफ दोज लिविंग द ऑर्गेनाइजेशन ड्यू टू एनी रीजन। क्या जो नवे इंप्लॉयज होंगे है वो कहता अपने को छड्ड के चले जाते हैं कोई होर रीजन करके। तो टर्न ओवर कैन नॉट बी लैमीनेट बट द हाई टर्न ओवर इज डेंजरस फॉर द ऑर्गेनाइजेशन। देखो जी इंप्लॉय का छड्ड के जाना ये आप खत्म तो कर नहीं सकते। ठीक है, इनू आप की नहीं कर सकते खत्म तो कर नहीं सकते पर जिस संस्था की ज़्यादा टर्न ओवर मतलब जिस संस्था ऑर्गेनाइजेशन इंप्लॉय छड्ड के जा रहे हैं तो संस्था के ऑर्गेनाइजेशन के डेंजर है मतलब डेंजरस है। मतलब उत्थे इंप्लॉय की उत्थे काम तो कुछ नहीं है कि वेजेस स्ट्रक्चर की नहीं कुछ है। जिथे हायर टर्न ओवर मतलब उत्थे मजदूर की है वो संस्था के छड्ड के ज़्यादा जा रहे इस करके वो ऑर्गेनाइजेशन की है वो ऑर्गेनाइजेशन की खतरा साबित होती है। तो ये न्यू इंप्लॉय विल टेक टाइम इन द रीचिंग द लैवल ऑफ परफॉर्मेंस। जो नवा इंप्लॉय होंगे उन्होंने अपने लैवल तक पहुँचने के टाइम चाहिए होंगे।
ओल्ड इंपलायर, ठीक है, क्योंकि देखो आप देखे जाए नवा इंपलायर होंगे उन्होंने समा लैंदा है ओल्ड इंपलायर के कंपैरिजन, ठीक है, उन्हें ज़्यादा समा लेना पऊगा नवे इंपलायर ਨੂੰ। तो इट आलसो इनवॉल्व लॉट ऑफ एक्सपेंस और रिक्रूटिंग एंड ट्रेनिंग इंपलायर, जिस करके उन्होंने बहुत ज़्यादा की है एक्सपेंसिस की जरूरत होंगी है, ठीक है, और रिक्रूट करने ਲਈ नवे इंपलायर उन्होंने नवे इंपलायर ਨੂੰ ट्रेनिंग भी देनी पऊगी। तो इस करके एफर्ट शुड बी मेड टू कीप सैपरेशन रेट एंड रीजनल लेबर। तो कहते कोशिश रहे भी अपने को कि एक रीजनल लेबर ते के सैपरेशन की जाए भी बहुत ज़्यादा भी ये कर्मचारी के छड्ड के ना जान, क्योंकि कर्मचारी छड्ड के जाना नवे कर्मचारी रखना उन्हें ट्रेनिंग देना ये सारा कि अपने को कॉस्ट के ज़्यादा कॉस्ट पै जाती है। इस करके वो जे ज़्यादा हाई टर्नओवर होगी वो संस्था की है डेंजर च आ जाऊगी, क्योंकि इस करके कोई भी संस्था च ऑर्गेनाइजेशन च कर्मचारी छड्ड के चला जाना अपने की बैड साबित होता है संस्था के लिए। इस करके संस्था को ये चीज़ का कि ध्यान रखें कि रीजनल लैवल तक सैपरेशन होनी चाहिए, कि लैवल पर सैपरेशन एक रीजनल लैवल तक होनी चाहिए, सैपरेशन होनी चाहिए। सो अज का टॉपिक यहीं पर ही कंप्लीट होंदा है। जे थोड़ी ये वीडियो बहुत ज़्यादा वधिया लगी तो प्लीज़ ये वीडियो को लाइक करना ना भूलियो, तो कमेंट भी जरूर करियो। थैंक यू फ्रेंड्स।